चैप्टर 8 बेसिक ज्योमैट्रिकल कॉन्सैप्ट्स 6th क्लास मैथ शुरू करन जा रहे हैं। सब तो पहले ਇਹਦੇ ਵਿੱਚ ਡੈਫੀਨੇਸ਼ਨਸ ਨੇ। ਡੈਫੀਨੇਸ਼ਨਸ ਅੱਛੀ ਤਰ੍ਹਾਂ ਪਤਾ ਹੋਣੀਆਂ ਚਾਹੀਦੀਆਂ ਨੇ, ਫਿਰ ਹੀ ਇਸ ਚੈਪਟਰ ਦੀ ਅੱਛੀ ਤਰ੍ਹਾਂ ਸਮਝ ਲੱਗਦੀ ਹੈ। ਲਓ ਪਹਿਲੀ ਡੈਫੀਨੇਸ਼ਨ ਪੁਆਇੰਟ ਦੀ ਹੈ। ਸਮਾਲ ਡਾਟ ਮਾਰਕਡ ਬਾय ਅ ਸ਼ਾਰਪ ਪੈਨਸਲ ਔਨ ਅ ਸ਼ੀਟ ਆਫ ਪੇਪਰ ਇਜ਼ ਕਾਲਡ ਅ ਪੁਆਇੰਟ। ਜਿਸ ਤਰ੍ਹਾਂ ਮੈਂ ਇੱਦਾਂ ਪੁਆਇੰਟ ਲਗਾ ਦਿਆਂ, ਲਓ ਦੈਟ ਇਜ਼ ਪੁਆਇੰਟ। ਹੁਣ ਪੁਆਇੰਟ ਦੀ ਨਾ ਲੈਂਥ ਹੁੰਦੀ ਹੈ ਨਾ ਬ੍ਰੈਡਥ ਹੁੰਦੀ ਹੈ। ਆ ਪੁਆਇੰਟ ਹੈਜ਼ ਨੋ ਲੈਂਥ ਬ੍ਰੈਡਥ ਔਰ ਹਾਈਟ, ਇਟ ਡਜ਼ ਨੋਟ ਹੈਵ ਐਨੀ ਸਾਈਜ਼। ਜਿਹੜੀ ਮੇਨ ਡੈਫੀਨੇਸ਼ਨ ਉਹ ਇਹ ਕਹਿ ਰਹੀ ਹੈ ਵੀ ਪੁਆਇੰਟ ਦਾ ਕੋਈ ਸਾਈਜ਼ ਨਹੀਂ ਹੁੰਦਾ, ਲੇਕਿਨ ਆਪਾਂ ਨੂੰ ਸ਼ੋਅ ਕਰਨ ਲਈ ਇੱਥੇ ਇੱਦਾਂ ਪੁਆਇੰਟ ਲਗਾਉਣਾ ਪੈਂਦਾ। ਹੁਣ ਇਹਦੀ ਲੈਂਥ ਬ੍ਰੈਡਥ ਹੋਏਗੀ, ਇਸ ਕਰਕੇ ਹਮੇਸ਼ਾ ਜਿਹੜਾ ਪੁਆਇੰਟ ਲਗਾਉਣਾ ਚਾਹੀਦਾ ਉਹ ਬਰੀਕ ਪੈਨਸਲ ਦੇ ਨਾਲ ਛੋਟਾ ਲਗਾਉਣਾ ਚਾਹੀਦਾ। ਹੁਣ ਜਿਸ ਤਰ੍ਹਾਂ ਇਹਨੂੰ ਲਿਖਣਾ, ਮੈਂ ਕਿਸੇ ਪੁਆਇੰਟ ਨੂੰ ਕਿਸ ਤਰ੍ਹਾਂ ਲਿਖਾਂਗਾ, ਇੱਕ ਗੱਲ ਯਾਦ ਰੱਖੋ। ਹੁਣ ਜਿਹਦਾ ਪੁਆਇੰਟ ਹੈ ਇਹ ਡੈਫੀਨੇਸ਼ਨ ਆਪਣੀ ਫੇਅਰ ਕਾਪੀ ਦੇ ਵਿੱਚ ਲਿਖ ਲੈਣੀਆਂ ਨੇ, ਨਾਲ ਜਿਹੜੀਆਂ ਉਹਨਾਂ ਦੀਆਂ ਪ੍ਰੋਪਰਟੀਜ਼ ਹੈ ਉਹ ਵੀ ਨਾਲ ਲਿਖ ਲਓ। ਜਿਸ ਤਰ੍ਹਾਂ ਪਹਿਲੀ ਡੈਫੀਨੇਸ਼ਨ ਇਹਨੂੰ ਲਿਖ ਲਓ, ਪੁਆਇੰਟ ਹੈਜ਼ ਨੋ ਲੈਂਥ ਬ੍ਰੈਡਥ ਔਰ ਹਾਈਟ, ਇਟ ਡਜ਼ ਨੋਟ ਹੈਵ ਐਨੀ ਸਾਈਜ਼। ਇਹ ਲਿਖ ਲੈਣਾ ਨਾਲ ਜਿਹੜੀਆਂ ਡੈਫੀਨੇਸ਼ਨਾਂ ਜ਼ਰੂਰ ਲਿਖਣੀਆਂ। ਲਓ ਪੁਆਇੰਟ ਨੂੰ ਕਿੱਦਾਂ ਰਿਪਰੈਜ਼ੈਂਟ ਕਰਾਂਗੇ, ਇੱਦਾਂ ਪੁਆਇੰਟ ਲਾ ਕੇ ਨੀਚੇ ਲਿਖ ਦਿਆਂਗੇ ਪੁਆਇੰਟ ਏ। ਉੱਦਾਂ ਆਮ ਜੇ ਫਿਰ ਅੱਗੇ ਜਦੋਂ ਫਿਗਰਾਂ ਬਣਾਉਣੀਆਂ ਉਦੋਂ ਸਿੱਧਾ ਇੱਦਾਂ ਪੁਆਇੰਟ ਲਾ ਕੇ ਇੱਥੇ ਸੀ ਲਿਖ ਦਿਆ ਕਰੇ। ਇਹਦਾ ਮਤਲਬ ਵੀ ਹੈ ਪੁਆਇੰਟ ਸੀ, ਜਿਸ ਤਰ੍ਹਾਂ ਲਿਖਿਆ ਹੋਇਆ ਪੁਆਇੰਟ ਏ ਪੁਆਇੰਟ ਬੀ। ਅਗਲੀ ਡੈਫੀਨੇਸ਼ਨ ਲਾਈਨ। ਲਾਈਨ ਇਜ਼ ਅ ਕਲੈਕਸ਼ਨ ਆਫ ਪੁਆਇੰਟਸ। ਆ ਛੋਟੇ ਛੋਟੇ ਪੁਆਇੰਟਸ ਨੂੰ ਆਪਸ ਦੇ ਵਿੱਚ ਮਿਲਾ ਕੇ ਜਿਹੜੀ ਲਾਈਨ ਬਣਦੀ ਆ, ਦੈਟ ਇਜ਼ ਕਾਲਡ ਸਟੇਟ ਲਾਈਨ। ਹੁਣ ਜਿਹੜੀ ਲਾਈਨ ਦੀ ਵੀ ਬ੍ਰੈਡਥ ਤੇ ਥਿਕਨੈਸ ਨਹੀਂ ਹੁੰਦੀ, ਨਾ ਹੀ ਲੈਂਥ ਹੁੰਦੀ ਹੈ, ਇਹ ਵੀ ਸੇਮ ਡੈਫੀਨੇਸ਼ਨ। ਇਸ ਕਰਕੇ ਜਿਹੜੀ ਲਾਈਨ ਡਰਾ ਕਰਨੀ ਆ ਉਹ ਵੀ ਬਰੀਕ ਪੈਨਸਲ ਦੇ ਨਾਲ ਹੀ ਡਰਾ ਕਰਨੀ ਹੈ। ਹੁਣ ਲਾਈਨ ਨੂੰ ਲਿਖਣ ਦੇ ਕਈ ਤਰੀਕੇ ਨੇ। ਇੱਦਾਂ ਲਾਈਨ ਡਰਾ ਕਰਕੇ ਇਕੱਲਾ ਛੋਟਾ ਇਹਨੂੰ ਸਮਾਲ ਲੈਟਰਸ ਲਿਖਦੇ। ਜੇ ਤੁਸੀਂ ਇੱਕੋ ਨਾਮ ਲਿਖਣਾ, ਲਾਈਨ ਐਲ ਲਿਖ ਸਕਦੇ, ਐਮ ਐਨ ਪੀ, ਇਹ ਸਮਾਲ ਲੈਟਰਸ ਦੇ ਵਿੱਚ ਲਿਖਦੇ ਆ। ਜਿੱਦਾਂ ਲਾਈਨ ਐਲ ਲਿਖਿਆ ਹੋਇਆ ਇਹਦਾ ਮਤਲਬ ਹੈ ਲਾਈਨ ਐਲ। ਇੱਕ ਤਰੀਕਾ ਵੀ ਇੱਥੇ 2 ਪੁਆਇੰਟ ਲਗਾ ਕੇ ਲਾਈਨ ਏ ਬੀ ਲਿਖ ਦਿਓ। ਜੇ ਤੁਸੀਂ ਕੋਈ ਨਾਂ ਨਹੀਂ ਪਾਉਣਾ ਤਾਂ ਇਕੱਲਾ ਏ ਬੀ ਲਿਖ ਦਿਓ। ਇੱਦਾਂ ਏ ਬੀ ਲਿਖ ਕੇ ਉੱਤੇ ਇੱਦਾਂ ਸਾਈਨ ਪਾ ਦਿਓ, ਜਾਂ ਫਿਰ ਲਿਖੋ ਲਾਈਨ ਏ ਬੀ। ਹੁਣ ਲਾਈਨ ਹੈਜ਼ ਨੋ ਐਂਡ ਪੁਆਇੰਟ, ਇਹਦਾ ਕੋਈ ਐਂਡ ਪੁਆਇੰਟ ਨਹੀਂ। ਇਹ 2 ਐਰੋ ਸ਼ੋਅ ਕਰਦੇ ਪਏ ਨੇ। ਲਾਈਨ ਇਨਫਾਈਨਾਈਟਲੀ ਦੋਨਾਂ ਡਾਇਰੈਕਸ਼ਨਾਂ ਦੇ ਵਿੱਚ ਵਧੀ ਹੋਈ ਹੈ, ਇਸ ਕਰਕੇ ਲਾਈਨ ਨੂੰ ਨਹੀਂ ਮਾਪਿਆ ਜਾ ਸਕਦਾ। ਜਦੋਂ ਤਾਂ ਕੋਈ ਐਂਡ ਪੁਆਇੰਟ ਹੀ ਨਹੀਂ, ਕੋਈ ਸਿਰਾ ਹੀ ਨਹੀਂ, ਤੁਹਾਨੂੰ ਕਿੱਦਾਂ ਮਾਪ ਲੈਣਾ। ਆ ਲਾਈਨ ਹੈਜ਼ ਇਨਫਾਈਨਾਈਟ ਮੈਨੀ ਪੁਆਇੰਟਸ। ਛੋਟੇ ਛੋਟੇ ਪੁਆਇੰਟਸ ਆ ਜਿੱਦਾਂ ਬਣੇ ਇਨਫਾਈਨਾਈਟ ਆ। ਓਨਲੀ ਵਨ ਲਾਈਨ ਕੈਨ ਬੀ ਡਰਾਨ ਥਰੂ 2 ਪੁਆਇੰਟਸ। 2 ਪੁਆਇੰਟ ਇੱਦਾਂ ਲੈ ਲਓ, ਆ ਲਓ ਆ 2 ਪੁਆਇੰਟ ਮੈਂ ਲੈ ਲਏ ਏ ਤੇ ਬੀ। ਇਹਦੇ ਵਿੱਚੋਂ ਸਿਰਫ ਮੈਂ ਇੱਕੋ ਹੀ ਲਾਈਨ ਡਰਾ ਕਰ ਸਕਦਾ, ਇੱਦਾਂ 2 ਤਾਂ ਡਰਾ ਨਹੀਂ ਹੋਣੀਆਂ। ਲਾਈਨ ਕੈਨ ਨੋਟ ਹੈਵ ਡੈਫੀਨੇਟ ਲੈਂਥ, ਇਹਦੀ ਕੋਈ ਡੈਫੀਨੇਟ ਲੈਂਥ ਨਹੀਂ। ਜਦੋਂ ਐਰੋ ਲੱਗ ਗਏ ਉਦੋਂ ਨਿਸ਼ਾਨੀ ਹੈ ਵੀ ਇਹ ਲਾਈਨ ਹੈ। ਇਨਫਾਈਨਾਈਟ ਲਾਈਨਸ ਕੈਨ ਬੀ ਡਰਾਨ ਥਰੂ ਅ ਗਿਵਨ ਪੁਆਇੰਟ। ਇੱਕ ਪੁਆਇੰਟ ਹੈ ਉਹ 'ਚ ਜਿੰਨੇ ਇਨਫਾਈਨਾਈਟ ਲਾਈਨਸ ਆਪਾਂ ਇੱਦਾਂ ਡਰਾ ਕਰ ਸਕਦੇ ਹਾਂ, ਇੱਦਾਂ ਜਿੰਨੀਆਂ ਮਰਜ਼ੀ। ਆਹ ਪੁਆਇੰਟ ਹੋ ਗਿਆ ਪੁਆਇੰਟ ਆਫ ਕਨਕਰੈਂਸੀ, ਇਹਨੂੰ ਆਪਾਂ ਕਹਿੰਦੇ ਹਾਂ, ਜਿੱਥੇ ਆ ਪੁਆਇੰਟ ਆਏਗਾ। ਇਹਦੀ ਬਾਅਦ 'ਚ ਗੱਲ ਵੀ ਕਰਾਂਗੇ ਆਪਾਂ। ਅੱਗੇ ਆ ਗਈ ਵਾਰੀ ਲਾਈਨ ਸੈਗਮੈਂਟ ਦੀ। ਲਓ ਲਾਈਨ ਸੈਗਮੈਂਟ ਦੀ ਡੈਫੀਨੇਸ਼ਨ ਅੱਗੇ ਹੈ। ਲਓ ਦੇਖੀ ਕੀ ਡੈਫੀਨੇਸ਼ਨ ਆ। ਅ ਲਾਈਨ ਸੈਗਮੈਂਟ ਇਜ਼ ਅ ਪਾਰਟ ਆਫ ਲਾਈਨ ਦੈਟ ਇਜ਼ ਬਾਉਂਡਡ ਬਾਈ 2 ਡਿਸਟਿੰਕਟ ਐਂਡ ਪੁਆਇੰਟਸ। ਇਟ ਇਜ਼ ਦ ਸ਼ਾਰਟੈਸਟ ਡਿਸਟੈਂਸ ਬਿਟਵੀਨ 2 ਪੁਆਇੰਟਸ। ਆ 2 ਪੁਆਇੰਟ ਲੈ ਲਏ ਏ ਤੇ ਬੀ, ਇਹਨਾਂ ਨੂੰ ਆਪਸ ਦੇ ਵਿੱਚ ਮਿਲਾ ਦਿਓ, ਇਹ ਬਣ ਗਈ ਲਾਈਨ ਸੈਗਮੈਂਟ। ਲਾਈਨ ਸੈਗਮੈਂਟ ਇਜ਼ ਦਾ ਪਾਰਟ ਆਫ ਅ ਲਾਈਨ। ਹੁਣ ਇਹਨੂੰ ਇਹਦੀ ਲੰਬਾਈ ਆਪਾਂ ਮਾਪ ਸਕਦੇ ਹਾਂ, ਕਿਉਂਕਿ ਇਹਦੇ ਦੋਨੋਂ ਐਂਡ ਪੁਆਇੰਟਸ ਹੈਗੇ ਨੇ। ਜਿੱਦਾਂ 5 ਸੈਂਟੀਮੀਟਰ, 4 ਸੈਂਟੀਮੀਟਰ, 3 ਸੈਂਟੀਮੀਟਰ ਆਪਾਂ ਸਕੇਲ ਦੇ ਨਾਲ ਡਰਾ ਕਰ ਸਕਦੇ ਹਾਂ। ਇਹਨੂੰ ਅਸੀਂ ਇੱਦਾਂ ਰਿਪਰੈਜ਼ੈਂਟ ਕਰਦੇ, ਪੀ ਕਿਊ ਇੱਦਾਂ ਉੱਪਰ, ਮੰਨ ਲਓ ਏ ਬੀ ਹੈ, ਏ ਬੀ ਦੇ ਉੱਪਰ ਇੱਦਾਂ ਲਾਈਨ, ਜਾਂ ਲਿਖ ਦਿਓ ਲਾਈਨ ਸੈਗਮੈਂਟ ਏ ਬੀ। ਅੱਗੇ ਹੈ ਰੇ। ਇਟ ਇਜ਼ ਅ ਪਾਰਟ ਆਫ ਅ ਲਾਈਨ ਵਿਚ ਹੈਜ਼ ਓਨਲੀ 1 ਐਂਡ ਪੁਆਇੰਟ। ਜਿਹੜਾ ਰੇ ਹੈ ਇਹਦਾ ਇੱਕ ਐਂਡ ਪੁਆਇੰਟ ਹੁੰਦਾ ਵਾ। ਜਿੱਦਾਂ ਸਨ ਰੇਜ਼ ਆ, ਸਨ ਤੋਂ ਆ ਰਹੀਆਂ ਰੇਜ਼, ਸਨ ਉਹਦਾ ਐਂਡ ਪੁਆਇੰਟ ਆ ਅਤੇ ਦੂਜੇ ਪਾਸੇ ਉਹਦਾ ਕੋਈ ਐਂਡ ਪੁਆਇੰਟ ਨਹੀਂ ਹੁੰਦਾ, ਕਿੱਧਰ ਜਾਂਦੀਆਂ ਨੇ। ਇਸੇ ਤਰ੍ਹਾਂ ਰੇ ਨੂੰ ਡਰਾ ਕਰ ਲਈ, ਆ ਇਹਦਾ ਐਂਡ ਪੁਆਇੰਟ ਆ, ਦੂਜੇ ਪਾਸੇ ਆ ਦੇਖੋ ਐਰੋ ਲੱਗਾ ਹੋਇਆ, ਇਹ ਬਣ ਗਈ ਰੇ। ਇੱਦਾਂ ਡਰਾ ਕਰ ਲਓ। ਉਹ ਇੱਥੇ ਇੱਕ ਪੁਆਇੰਟ ਰੱਖ ਕੇ ਮੈਂ ਕਹਾਂਗਾ ਕੀ ਹੈ, ਰੇ ਓ ਏ। ਐਂਡ ਪੁਆਇੰਟ ਨੂੰ ਪਹਿਲਾਂ ਬੋਲਣਾ, ਏ ਨੂੰ ਬਾਅਦ 'ਚ। ਉਹ ਪਹਿਲਾਂ ਲਿਖਾਂਗਾ, ਏ ਫਿਰ ਲਿਖਾਂਗੇ। ਇੱਦਾਂ ਵੀ ਲਿਖ ਸਕਦੇ ਹੋ, ਤਾਂ ਰੇ ਓ ਏ ਵੀ ਲਿਖ ਸਕਦੇ ਹੋ ਇੱਦਾਂ। ਹੁਣ ਰੇ ਦੀ ਵੀ ਲੰਬਾਈ ਤੁਸੀਂ ਨਹੀਂ ਮਾਪ ਸਕਦੇ,
क्यों नहीं माप सकते? क्योंकि ਇਹਦਾ ਇੱਕ एंड पॉइंट तो हैगा पर दूसरे पासे ਇਹਦਾ एंड पॉइंट नहीं है। ਇਹਦਾ मतलब इट इज़ आल्सो एक्सटेंडेड इनफाइनाइटली फ्रॉम ए टू बी, ए तो लैके बी तक एक्सटेंड इनफाइनाइटली बी साइड नू इनफाइनाइटली वधी हुई है। हुण अगे नैक्सट आ गया प्लेन। हुण आ जरा देख लो, एक पॉइंट तो आप इनफाइनाइट रेज ड्रा कर सकते हैं फ्रॉम अ पॉइंट क्यों पॉइंट तो भी इनफाइनाइट रेज ड्रा कीतियां जा सकदियां ने। अगे आ गया प्लेन। हुण प्लेन जिद्दां आम आपां ब्लैक बोर्ड की गल करिए जां टेबल का तल हैगा, उपर आ ब्लैक बोर्ड का पेज है, दैट इज़ प्लेन। ये प्लेन नहीं एक्चुअली तो प्लेट है, प्लेन जिहड़ा हैगा दैट इज़ इनफाइनाइटली एक्सटेंडेड, इहदी लेंथ ते ब्रैथ इनफाइनाइटली एक्सटेंडेड, ये पार्ट ऑफ प्लेन है, प्लेन का हिस्सा, तल का हिस्सा हैगा। हुण जिस तरह आम जिहड़ी गल करदे जिद्दां टेबल की गल कर लो, वाल द सरफेस ऑफ ब्लैक बोर्ड दीज आर आल द प्लेन्स, ये एक्चुअली प्लेन नहीं आपां उहदा कह दिंदे आ प्लेन, दैट इज़ दीज आर द पार्ट्स ऑफ प्लेन। एंड आ देखो डेफिनेशन लिखी, एज प्लेन एक्सटेंडेड इंडेफिनेटली इन ऑल डायरेक्शंस वी कैन नॉट ड्रा इट ऑन अ प्लेन पेपर, ओनली अ पोर्शन ऑफ अ प्लेन इज़ ड्रान। अज जी जिदा रिक्टेंगल बनाई हुई है है प्लेन ही है, दैट इज़ अ पोर्शन ऑफ प्लेन। उदा आप जनरली इनू कह दें प्लेन पी, प्लेन क्यू भी ना रख सकते हैं, बट इट इज़ अ पार्ट ऑफ प्लेन। आ दो प्लेन है जिदा एक वाल है एक फ्लोर है, दोनों प्लेन है, ये इत्थे इंटरसैक्ट करते हैं, आप एजिज कहने हैं, दैट इज़ कॉल्ड एज, किनारा ही। वी कंसीडर टू लाइन्स इन अ प्लेन, दे कैन देयर कैन बी टू पॉसीबिलिटी, जे दो लाइन आप प्लेन दे विच लईए तो दे मे कट ईच अदर इन अ प्लेन, वो दोनों इदा प्लेन दे विच कट करनगियां, दे आर पैरलल टू ईच अदर, दोनों आपस दे विच की होणगियां, पैरलल होणगियां। अगे आ गया इंटरसैक्टिंग लाइन्स, ਜਦੋਂ दो इन्हां प्लेन टू लाइन्स दैट मीट एट अ पॉइंट उन्होंने कह दिंदे आ इंटरसैक्टिंग लाइन्स। हुण दो लाइन्स ने इदां आपस च कट कर जांदियां ने, उन्होंने इंटरसैक्टिंग लाइन्स कहते हैं, जिथे कट करदियां उन्होंने कहते हैं पॉइंट ऑफ इंटरसैक्शन, वो इज़ द पॉइंट ऑफ इंटरसैक्शन। आ डेफिनेशन हम जरूर लिख लैनी है। अगे परपेंडिकुलर लाइन्स, ਜਦੋਂ दो लाइनां आपस दे विच, लाइन सैगमेंटां भी हो सकदियां ने, लाइन्स आपस दे विच 90 डिग्री का कोण बनाउण तां असीं कहने आ परपेंडिकुलर लाइन्स, दीज आर आल परपेंडिकुलर लाइन्स, क्योंकि विच इन्हां दे 90 डिग्री का कोण बन रहा है, एंगल बन रहा है। अगे आ गई पैरलल लाइन्स। पैरलल लाइन्स इन्हां विच नैवर मीट आफ्टर एक्सटेंडिंग आर नोन एज पैरलल लाइन्स, ये डेफिनेशन है लिख लैनी है। द डिस्टेंस बिटवीन द पैरलल लाइन्स रिमेन सेम, जितों मर्जी डिस्टेंस हमेशा परपेंडिकुलरली आप चैक करते हैं, ये डिस्टेंस ये हमेशा सेम रहिंदा। जिदा रेलवे लाइन दियां तुसीं लाइनां देखदे हो, दीज आर पैरलल लाइन्स। इन्हां दोनों साइडां ते जे तुसीं वधाओगे तो किते भी मीट नहीं करनगे, इस करके इन्हां नूं पैरलल लाइन्स कहने आ। जिदा रूलर है, आम तौर पर रूलर दियां जिहड़े एजिज हैगे ने, किनारे ने, किनारे देखिए जिदा आ रूलर आ, आ दो किनारे आ, दीज आर पैरलल लाइन्स, ये पैरलल एजिज हैगे ने दोनों, क्योंकि किते मीट नहीं करनगे। अगे आ गया कनकरेंट लाइन्स। देर आर 3 और मोर लाइन्स इन अ प्लेन पास थ्रू सेम पॉइंट आर कॉल्ड कनकरेंट लाइन्स एंड पॉइंट इज़ कॉल्ड द पॉइंट ऑफ कनकरेंस। आ पॉइंट हैगा जिथे दो तो ज़्यादा, दो लाइनां नूं तां आपां इंटरसैक्टिंग लाइन्स कह दिंदे ने इदां, जे दो तो ज़्यादा एक पॉइंट चों पास कर जाण तो उन्होंने कहने आ कनकरेंट लाइन्स। तो जिहड़ा पॉइंट वो आ इनू की कहेंगे पॉइंट ऑफ कनकरेंस। जे तो कलियां दो लाइनां पास करन उत्थे तो पॉइंट ऑफ इंटरसैक्शन बोलते हैं, जिथे दो तो ज़्यादा लाइनां एक पॉइंट चों पास कर जान उन्होंने कहने आ पॉइंट ऑफ कनकरेंसी। आ लिखा भी होया, वो इज़ कॉल्ड द पॉइंट ऑफ कनकरेंस, क्योंकि आ लाइनां सारियां एक पॉइंट तो दो तो ज़्यादा ने, LMNP कट कर दियाँ। अगे आ गया कोलीनियर पॉइंट्स, जिहड़े इक्को लाइन दे विच आ जाण उन्होंने असीं कोलीनियर पॉइंट्स कह दिंदे। 3 और मोर पॉइंट्स, दो पॉइंट तो कोलीनियर कह नहीं सकते, दो तो ज़्यादा ही होणगे। 3 और मोर पॉइंट्स इन अ प्लेन आर सैड टू बी कोलीनियर इफ दे लाई इन द सेम लाइन, इक्को लाइन चों तो कोलीनियर, जे एक लाइन 'च नहीं है जिद्दां A B ते C इत्थे आ, इन्हां नूं कहांगे नॉन कोलीनियर पॉइंट्स।